ਦੇ ਲੋਕਾਂ ਦੀ ਜੋ ਦੁੱਖ ਤਕਲੀਫਾਂ ਨੇ, ਪੰਜਾਬ ਦੇ ਲੋਕਾਂ ਦੇ ਜੋ ਇਸ਼ੂਜ਼ ਨੇ, ਉਹਨਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਹਿੰਦੁਸਤਾਨ ਦੇ ਵਿੱਚ ਇਹ ਹਮੇਸ਼ਾ ਦੇਖਣ ਨੂੰ ਆਉਂਦਾ ਹੈ ਕਿ ਜਦੋਂ ਫਾਈਨੈਂਸ਼ੀਅਲ ਫਰਾਡਸ ਹੁੰਦੇ ਨੇ ਉਦੋਂ ਲੋਕਾਂ ਦੀਆਂ ਬਾਹਾਂ ਫੜਨ ਵਾਲਾ ਕੋਈ ਨਹੀਂ ਹੁੰਦਾ ਹੈ, ਉਦੋਂ ਲੋਕਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ, ਕਿਉਂਕਿ ਫਾਈਨੈਂਸ਼ੀਅਲ ਫਰਾਡਸ ਇੰਨੇ ਤਕਲੀਫ ਵਾਲੇ ਹੁੰਦੇ ਨੇ, ਇੰਨੇ ਉਲਝੇ ਹੋਏ ਹੁੰਦੇ ਨੇ ਕਿ ਲੋਕਾਂ ਨੂੰ ਉਸ ਦੇ ਵਿੱਚੋਂ ਜਿਹੜਾ ਰਾਹ ਨਜ਼ਰ ਨਹੀਂ ਆਉਂਦਾ ਹੈ, ਲੋਕਾਂ ਨੂੰ ਇਨਸਾਫ ਜਿਹੜਾ ਹੈ ਉਹ ਦਿਖਦਾ ਨਹੀਂ ਹੈ। ਖਾਸ ਕਰ ਜੋ ਕਲੈਕਟਿਵ ਇਨਵੈਸਟਮੈਂਟ ਸਕੀਮਸ ਹੁੰਦੀਆਂ ਨੇ, ਖਾਸ ਕਰ ਜਿਨ੍ਹਾਂ ਨੂੰ ਆਪਣੀ ਪੰਜਾਬੀ ਦੇ ਵਿੱਚ ਅਸੀਂ ਚਿੱਟ ਫੰਡ ਸਕੀਮਾਂ ਕਹਿ ਦਿੰਦੇ ਨੇ, ਉਹਨਾਂ ਦੇ ਵਿੱਚ ਹਜ਼ਾਰਾਂ ਲੱਖਾਂ ਲੋਕ ਇਨਵੈਸਟ ਕਰਦੇ ਨੇ ਇਸ ਚਾਹ ਦੇ ਵਿੱਚ ਕਿ ਉਹਨਾਂ ਨੂੰ ਚੰਗਾ ਬੈਨੀਫਿਟ ਮਿਲੇਗਾ, ਚੰਗਾ ਇੰਟਰਸਟ ਮਿਲੇਗਾ, ਚੰਗੇ ਪੈਸੇ ਅਗਰ ਉਹ ਇਨਵੈਸਟ ਕਰਨਗੇ ਤਾਂ ਉਸ ਦਾ ਜਿਹੜਾ ਫਾਇਦਾ ਜਿਹੜਾ ਉਹਨਾਂ ਨੂੰ ਭਵਿੱਖ ਦੇ ਵਿੱਚ ਮਿਲੇਗਾ। ਪਰ ਪਾਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਇੱਕ ਇੱਦਾਂ ਦੀ ਕੰਪਨੀ ਹੈ ਜਿਸ ਦੇ ਵਿੱਚ ਲੱਖਾਂ ਪੰਜਾਬੀਆਂ ਨੇ ਇਨਵੈਸਟ ਕੀਤਾ ਤੇ ਅੱਜ ਉਹ ਦਰਾਹੇ ਤੇ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਜਿਹੜੇ ਪੈਸੇ ਨੇ ਉਹ ਵਾਪਸ ਨਹੀਂ ਮਿਲ ਰਹੇ ਨੇ ਤੇ ਇੰਤਜ਼ਾਰ ਕਰ ਰਹੇ ਨੇ। ਲਗਭਗ 30 ਲੱਖ ਪਰਿਵਾਰ ਪੰਜਾਬ ਦੇ ਇਹੋ ਜਿਹੇ ਨੇ ਜਿਨ੍ਹਾਂ ਨੇ ਇਨਵੈਸਟ ਕੀਤਾ ਇਸ ਸਕੀਮ ਦੇ ਵਿੱਚ ਤੇ ਹੁਣ ਉਹ ਚਲੇ ਗਏ ਨੇ ਤੇ ਰਾਹ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਹੈ, ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾਈ ਗਈ ਹੈ, ਲੋਧਾ ਕਮੇਟੀ ਜਿਹੜੀ ਹੈ ਜੋ ਸਾਰਾ ਕੰਮ ਦੇਖ ਰਹੀ ਹੈ ਕਿ ਜੋ ਪੈਸਾ ਲਗਭਗ 50,000 ਕਰੋੜ ਦੇ ਕਰੀਬ ਜੋ ਇਨਵੈਸਟ ਹੋਇਆ ਸੀ ਉਸ ਨੂੰ ਜਿਹੜਾ ਹੈ ਜਿਹੜੇ ਇਨਵੈਸਟਰਸ ਨੇ ਉਹਨਾਂ ਦੇ ਵਿੱਚ ਵੰਡਿਆ ਜਾਵੇ। 2 ਫਰਵਰੀ 2016 ਦੇ ਵਿੱਚ ਸੁਪਰੀਮ ਕੋਰਟ ਨੇ ਉਹ ਕਮੇਟੀ ਬਣਾਈ ਸੀਗੀ, ਰਿਟਾਇਰਡ ਚੀਫ ਜਸਟਿਸ ਇੰਡੀਆ ਦੇ ਸੀਗੇ, ਉਹਨਾਂ ਦੀ ਅਧਿਕਸ਼ਤਾ ਦੇ ਵਿੱਚ ਕਮੇਟੀ ਬਣਾਈ। ਪਰ 6 ਸਾਲ ਹੋ ਗਏ ਨੇ, ਲੋਕੀ ਹਜੇ ਵੀ ਇੰਤਜ਼ਾਰ ਕਰ ਰਹੇ ਨੇ ਕਿ ਸਾਨੂੰ ਸਾਡਾ ਪੈਸਾ ਜਿਹੜਾ ਹੈ ਉਹ ਵਾਪਸ ਮਿਲੇ। ਤੇ ਅਸੀਂ ਇਸ ਵਕਤ ਨਾਭਾ ਦੇ ਨਜ਼ਦੀਕ ਦਲੱਦੀ ਪਿੰਡ ਹੈ ਉਸ ਦੇ ਵਿੱਚ ਆਏ ਹਾਂ, ਲੋਕਾਂ ਨਾਲ ਗੱਲ ਕਰਾਂਗੇ, ਦਿਖਾਵਾਂਗੇ ਤੁਹਾਨੂੰ ਕਿ ਕਿੱਦਾਂ ਕਿੰਨੇ ਲੋਕਾਂ ਨੇ ਜਿਹੜਾ ਹੈ ਉਹ ਜਿਹੜਾ ਫਾਇਦੇ ਦੇ ਉਸ ਦੇ ਵਿੱਚ ਕਿ ਉਹਨਾਂ ਨੂੰ ਇੰਟਰਸਟ ਜਿਹੜਾ ਵੱਧ ਮਿਲੇਗਾ ਉਸ ਵਿੱਚ ਐਵਰੇਜ ਦੇ ਵਿੱਚ ਉਹਨਾਂ ਨੇ ਆਪਣੇ ਲੱਖਾਂ ਰੁਪਏ ਜਿਹੜਾ ਇਨਵੈਸਟਮੈਂਟ ਕੀਤੀ ਹੈ ਉਸ ਸਕੀਮ ਦੇ ਵਿੱਚ, ਪਰ ਅੱਜ ਉਹ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦਾ ਪੈਸਾ ਜਿਹੜਾ ਹੈ ਉਹ ਵਾਪਸ ਮਿਲੇ। ਮੋਹਨ ਸਿੰਘ ਜੀ, ਦਲੱਦੀ ਪਿੰਡ ਦੇ ਸਾਰੇ ਤੁਸੀਂ ਰਹਿਣ ਵਾਲੇ ਹੋ, ਅਸੀਂ ਅੰਦਾਜ਼ਾ ਲਗਾ ਸਕਦੇ ਨੇ ਕਿ ਤੁਸੀਂ ਕਿਸ ਚਾਹ ਦੇ ਵਿੱਚ ਪੈਸੇ ਲਾਏ ਹੋਣੇ ਇਸ ਸਕੀਮ ਦੇ ਵਿੱਚ, ਹੈ ਨਾ। ਸਾਨੂੰ ਥੋੜਾ ਜਿਹਾ ਦੱਸੋ ਪਹਿਲੇ ਤਾਂ ਆਪਣੇ ਪਿੰਡ ਦੇ ਵਿੱਚ ਕਿ ਤੁਹਾਡੇ ਕਿੰਨੇ ਇਨਵੈਸਟਰਸ ਨੇ, ਪਿੰਡ ਦੇ ਵਿੱਚ ਤੁਹਾਡੇ ਘਰ ਕਿੰਨੇ ਨੇ ਤੇ ਇਹਨਾਂ ਵਿੱਚੋਂ ਕਿੰਨੇ ਘਰਾਂ ਨੇ ਇਨਵੈਸਟ ਕੀਤਾ ਹੋਣਾ? ਲਗਭਗ ਤਕਰੀਬਨ ਇਸ ਦੇ ਪਿੰਡ ਦੇ ਵਿੱਚੋਂ ਘੱਟੋ ਘੱਟ 700-800 ਬੰਦੇ ਦੀ ਪਾਲਿਸੀ ਆ ਜਿਹੜੀ ਇਨਵੈਸਟ ਹੋਈ ਹੈ, ਕਿਉਂਕਿ ਮੈਂ ਬਾਹਰ ਤੇ ਰਹਿਣ ਵਾਲਾ, ਮੇਰਾ ਪਿੰਡ ਨਹੀਂ ਹੈਗਾ ਤੇ ਮੇਰਾ ਪਿੰਡ ਨਰਾਲ ਢਿੰਡਸਾ ਤੇ ਤਹਿਸੀਲ ਹੈ। ਇਸ ਪਿੰਡ ਦੇ ਵਿੱਚ ਮੇਰੀਆਂ ਪਾਲਿਸੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੀ ਮੈਂ ਲਵਾਈਆਂ ਨੇ। ਮੇਰਾ ਆਪਣਾ ਜਿਹੜਾ ਪੂਰਾ ਪੈਸਾ ਹੈ ਉਹ ਤਕਰੀਬਨ 6 ਲੱਖ ਰੁਪਇਆ ਲੱਗਿਆ ਹੋਇਆ। ਮੈਨੂੰ ਆਪਣੇ ਬੇਟੇ ਦੇ ਕੋਰਸ ਵਾਸਤੇ, ਪੜ੍ਹਾਈ ਵਾਸਤੇ ਸੀਗਾ ਜਿਹੜਾ ਪੈਸਾ ਲਾਇਆ ਤੇ ਵੀ ਪੈਸੇ ਵੱਧ ਮਿਲਣਗੇ, ਵੀ ਕੱਲ੍ਹ ਨੂੰ ਬੇਟੇ ਦੀ ਪੜ੍ਹਾਈ ਵਧੀਆ ਹੋਊਗੀ। ਅੱਜ ਉਹ ਸਾਰੀਆਂ ਗੱਲਾਂ ਤੇ ਪਾਣੀ ਫਿਰ ਗਿਆ ਤੇ ਹੁਣ ਬੇਟਾ ਜਿਹੜਾ ਉਹ ਵੀ ਮਜ਼ਦੂਰੀ ਕਰ ਲਿਆ, ਮੈਂ ਆਪ ਤਾਂ ਮਜ਼ਦੂਰੀ ਕਰਨੀ ਹੋਏ। ਥੋੜਾ ਜਿਹਾ ਦੱਸੋ ਕਿ ਤੁਸੀਂ ਕੰਮ ਕੀ ਕਰਦੇ ਹੋ, ਹੈ ਨਾ। ਇਹ ਸਾਰਾ ਜਿਹੜਾ ਪੈਸਾ ਤੁਸੀਂ ਲਾਇਆ ਸੀਗਾ, ਸੇਵਿੰਗ ਸੀਗੀ ਤੁਹਾਡੀ, ਹੈ ਨਾ, ਕਿੱਦਾਂ ਤੁਸੀਂ ਸਾਰਾ ਪੈਸਾ ਬਚਾਇਆ ਤੇ ਕਦੋਂ ਤੋਂ ਇਨਵੈਸਟਮੈਂਟ ਤੁਸੀਂ ਸ਼ੁਰੂ ਕੀਤੀ ਸੀਗੀ ਇਸ ਸਕੀਮ ਦੇ ਵਿੱਚ? ਇਸ ਸਕੀਮ ਦੇ ਵਿੱਚ ਮੈਂ 2006 ਤੋਂ ਇਨਵੈਸਟਮੈਂਟ ਕਰਨ ਲੱਗਿਆ ਤੇ ਜਿੰਨੀ ਵੀ ਮੇਰੀ ਹੁਣ ਤੱਕ ਦੇ 2013 ਤੱਕ ਦੀ ਕਮਾਈ ਤੀ ਉਹ ਸਾਰੀ ਪਰਲਕ ਮੁਕਤ ਦੇ ਵਿੱਚ ਵੀ ਹੈ। ਤੇ ਨਾ ਲਗਭਗ 6 ਲੱਖ ਰੁਪਈਆ ਤੁਸੀਂ ਕਹਿ ਰਹੇ ਹੋ, ਹੈ ਨਾ, ਤੇ ਤੁਸੀਂ ਬਾਕੀ ਪਿੰਡਾਂ ਦੇ ਵਿੱਚ ਵੀ ਲੋਕਾਂ ਤੋਂ ਇਨਵੈਸਟ ਕਰਾਉਂਦੇ ਰਹੇ ਸੀਗੇ, ਹੈ ਨਾ। ਕਿੰਨਾ ਪੈਸਾ ਓਵਰਆਲ ਤੁਹਾਡੇ ਥਰੂ ਜਿਹੜਾ ਲੱਗਿਆ ਹੋਣਾ, ਕਿੰਨਾ ਹੋਣਾ? 2.5 ਤੋਂ 3 ਕਰੋੜ ਰੁਪਏ ਜਿਹੜਾ ਲੋਕਾਂ ਦਾ ਮੇਰੇ ਥਰੂ ਲੱਗਿਆ ਹੋਇਆ। ਅੱਜ ਉਹ ਮੇਰੀ ਜਾਨ ਖਾਂਦੇ ਨੇ। ਮੈਂ ਇੱਕ ਮਜ਼ਦੂਰ ਬਣਨਾ, ਜਿਹੜੇ ਲੋਕਾਂ ਨੂੰ ਮੈਂ ਧਲਾਸਾ ਦਿੱਤਾ ਤੇ ਕਿਹਾ ਸੀਗਾ ਵੀ ਤੁਹਾਨੂੰ ਭਾਈ ਵਿਆਜ ਵੱਧ ਮਿਲੂਗਾ ਜਾਂ ਤੁਹਾਨੂੰ 6 ਸਾਲ 6.5 ਸਾਲ ਦੇ ਵਿੱਚ ਡਬਲ ਪੈਸੇ ਮਿਲਣਗੇ, ਉਹ ਅੱਜ ਮੇਰੀ ਜਾਨ ਨੋਚ ਖਾ ਰਹੇ ਨੇ। ਮੈਂ ਗਰੀਬ ਬੰਦਾ, ਮੇਰੇ ਕੋਲ ਮਕਾਨ ਵੀ ਤੁਸੀਂ ਜਾ ਕੇ ਦੇਖੋ ਟੁੱਟਿਆ ਹੋਇਆ। ਅੱਜ ਵੀ ਮੈਂ ਵੀ ਮਜ਼ਦੂਰੀ ਕਰ ਲਾਂ, ਮੇਰੀ ਮਿਸਿਜ ਵੀ ਮਜ਼ਦੂਰੀ ਕਰਦੇ ਨੇ, ਬੇਟਾ ਵੀ ਮਜ਼ਦੂਰੀ ਕਰਦਾ। ਜਿਹਦੀਆਂ ਆਸਾਂ ਵਾਸਤੇ ਮੈਂ ਪੈਸਾ ਲਗਾਇਆ ਸੀਗਾ ਵੀ ਕਿਸੇ ਸਮੇਂ ਇਹਦਾ ਕੋਈ ਕੋਰਸ ਕਰਾਵਾਂਗੇ, ਕੋਈ ਜੌਬ ਮਿਲੂਗੀ, ਸੁੱਖ ਦੀ ਰੋਟੀ ਖਾਵਾਂਗੇ। ਕਰਨ ਜੀ, ਸਾਨੂੰ ਥੋੜਾ ਜਿਹਾ ਦੱਸੋ ਤੁਸੀਂ ਕਦੋਂ ਤੋਂ ਇਨਵੈਸਟ ਕਰਨਾ ਸ਼ੁਰੂ ਕੀਤਾ ਸੀ? ਕਿੰਨੇ ਪੈਸੇ ਤੁਹਾਡੇ ਲੱਗੇ ਨੇ ਜਾਂ ਤੁਹਾਡੇ ਥਰੂ ਲੱਗੇ ਨੇ? ਕਦੋਂ ਤੋਂ ਸ਼ੁਰੂ ਕੀਤਾ ਸੀ? ਕਿੰਨਾ ਪੈਸਾ ਹੈ? ਮੈਂ ਸਰ 2007 ਤੋਂ ਲੱਗੀ ਸੀ ਜੀ। 11 ਚ ਮੈਚਿਓਰਟੀਆਂ ਪੂਰੀਆਂ ਹੋਣੀਆਂ ਸੀ ਮੇਰੀਆਂ, ਕੋਈ 12 ਚ ਹੋਣੀ ਸੀ, ਕੋਈ 13 ਚ ਹੋਣੀ ਸੀ, 14 ਚ ਹੋਣੀ ਸੀ। 14 ਚ ਇਹਨਾਂ ਨੇ ਕੰਪਨੀ ਬਾਉਂਡ ਕਰਤੀ ਸੀ ਜੀ, ਪੈਸਾ ਦੇਣਾ ਬੰਦ ਕਰਤਾ ਸੀ। ਕੁਛ ਮੇਰੀਆਂ ਮੈਚਿਓਰਟੀਆਂ ਹੋ ਗਈਆਂ ਸੀ ਜਿਨ੍ਹਾਂ ਲੋਕਾਂ ਦੇ ਮੈਂ ਪੈਸੇ ਦਵਾ ਵੀ ਦਿੱਤੀ ਸੀ, ਯਾਨੀ ਕਿ 25-30 ਚੈੱਕ ਮਿਲ ਗਏ ਸੀ। ਬਾਕੀ ਟੋਟਲ 5 ਲੱਖ ਮੇਰਾ ਆਪਣਾ ਪਰਸਨਲ ਆ ਜੀ, 3 ਲੱਖ ਮੇਰੇ ਮਾਮਾ ਜੀ ਦਾ ਬੇਟੇ ਦਾ, ਬਾਕੀ ਸਾਡੇ
ਆਮ ਜਿਹੜੇ ਖੜੇ ਨੇ ਸਾਰਿਆਂ ਦੇ ਮੈਂ ਲਗਵਾਏ ਹੋਏ ਨੇ ਜੀ ਪੈਸੇ। ਟੋਟਲ ਯਾਨੀ ਕਿ 14 ਤੋਂ 15 ਲੱਖ ਰੁਪਇਆ ਮੇਰਾ ਹੈਗਾ ਜੀ, ਜਿਹੜਾ ਇਹਦੇ ਵਿੱਚ ਇਨਵੈਸਟ ਕੀਤਾ ਜੀ ਮੈਨੇ। ਤੇ ਅਸੀਂ ਵਿੱਚ ਇਹੋ ਜਿਹੇ ਘਰ ਨੇ ਜੀ ਜਿਨ੍ਹਾਂ ਨੇ ਵਿਚਾਰਿਆਂ ਨੇ ਮਜ਼ਦੂਰੀ ਕਰਕੇ, ਪੋਚੇ ਲਾ ਕੇ, ਮਿਹਨਤ ਕਰਕੇ ਪੈਸੇ ਭਰੇ ਸੀ, ਤੇ ਹੁਣ ਉਹ ਸਾਡੇ ਤੇ ਇਹੀ ਆਸ ਰੱਖਦੇ ਨੇ ਵੀ ਕਦੋਂ ਪੈਸੇ ਮਿਲਣਗੇ, ਕਦੋਂ ਨਹੀਂ ਮਿਲਣਗੇ। ਅਸੀਂ ਜੀ 2016 ਤੋਂ ਸਾਡੀ ਇੱਕ ਯੂਨੀਅਨ ਬਣੀ ਸੀ ਜੀ, ਇਨਸਾਫ ਦੀ ਆਵਾਜ਼, ਸਰਦਾਰ ਮਹਿੰਦਰਪਾਲ ਦਾਨਗੜ੍ਹ ਦੇ ਹੇਠ ਸ਼ੁਰੂ ਕੀਤੀ ਸੀ ਜੀ। ਤੇ ਅਸੀਂ ਉਦੋਂ ਤੋਂ ਹੀ ਉਹਨਾਂ ਦੇ ਨਾਲ ਜੁੜੇ ਹੋਏ ਹਾਂ, ਤੇ ਉਦੋਂ ਤੋਂ ਹੀ ਅਸੀਂ ਸੰਘਰਸ਼ ਕਰ ਰਹੇ ਹਾਂ। ਪਾਣੀਆਂ ਦੀਆਂ ਟੈਂਕੀਆਂ ਤੇ ਚੜੇ ਜੀ, ਰੇਲਾਂ ਰੋਕੀਆਂ ਜੀ, ਗਿਆਨ ਸਾਗਰ ਹਸਪੀਟਲ ਆ ਉੱਥੇ ਧਰਨੇ ਦਿੱਤੇ ਜੀ, ਅਸੀਂ ਜੇਲ੍ਹਾਂ 'ਚ ਵੀ ਗਏ, ਥਾਣੇ 'ਚ ਵੀ ਗਏ, ਬਹੁਤ ਸੰਘਰਸ਼ ਕੀਤਾ, ਪਰ ਸਾਡੇ ਪੱਲੇ ਕੁਝ ਨਹੀਂ ਪਿਆ ਜੀ। ਅੱਜ ਅਸੀਂ ਇਸ ਆਧਾਰ ਤੇ ਹੋਏ ਵੀ ਕਦੇ ਕਦੇ ਇਹੋ ਜਿਹਾ ਦਿਲ ਕਰਦਾ ਵੀ ਖੁਦਕਸ਼ੀ ਕਰ ਲਈਏ ਜੀ ਆਪਣੇ, ਕਿਉਂਕਿ ਕੁਛ ਘਰ ਦੀ ਪਰੇਸ਼ਾਨੀ, ਕੁਛ ਜਦੋਂ ਆਪਣੇ ਭੈਣ ਭਾਈ ਟੋਕਦੇ ਨੇ, ਬਹੁਤ ਸ਼ਰਮ ਦੀ ਗੱਲ ਹੁੰਦੀ ਹੈ ਜੀ ਵੀ ਅਸੀਂ ਇਹਨਾਂ ਦੇ ਪੈਸੇ ਲਵਾਏ ਨੇ। ਤੇ ਅਸੀਂ ਇਹੀ ਚਾਹੁੰਦੇ ਹਾਂ ਵੀ ਸਾਡਾ ਜਿਸ ਤਰ੍ਹਾਂ ਅਸੀਂ ਪੈਸੇ ਲਵਾਏ ਨੇ ਇਹਨਾਂ ਦੇ, ਉਸੇ ਤਰ੍ਹਾਂ ਹੱਥ ਜੋੜ ਕੇ ਇਹਨਾਂ ਦੇ ਪੈਸੇ ਦਿੱਤੇ ਜਾਣ। ਤੇ ਸਰਦਾਰ ਭਗਵੰਤ ਮਾਨ ਸਿੰਘ ਜੀ ਨੂੰ ਸਾਡੀ ਇਹੀ ਬੇਨਤੀ ਹੈ ਵੀ ਇੰਨੇ ਗਰੀਬ ਲੋਕਾਂ ਦਾ ਜਿੰਨਾ ਹੋ ਸਕੇ ਜਲਦੀ ਤੋਂ ਜਲਦੀ ਪੈਸਾ ਦਵਾਇਆ ਜਾਵੇ, ਕਿਉਂਕਿ ਉਹਨਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਵੀ ਸਭ ਤੋਂ ਪਹਿਲਾਂ ਅਸੀਂ ਮੁੱਦਾ ਪਰਲ ਦਾ ਉਠਾਵਾਂਗੇ। ਅੱਜ ਅਸੀਂ ਉਹੀ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਜੀ ਵੀ ਸਾਡੇ ਗਰੀਬ ਲੋਕਾਂ ਦਾ ਸਾਰਿਆਂ ਦਾ ਪੈਸਾ ਵਾਪਸ ਦਿੱਤਾ ਜਾਵੇ ਜੀ। ਆਪ ਕੀ ਕੰਮ ਕਰਦੇ ਹੋ ਤੇ ਸੇਵਿੰਗ ਤੁਸੀਂ ਕਿੱਦਾਂ ਇਹਦਾ ਬਣਾਉਂਦੇ ਸੀਗੇ ਕਿ ਮੈਂ ਇਸ ਮਹੀਨੇ 1 ਮਹੀਨੇ 'ਚ ਇੰਨੇ ਪੈਸੇ ਜਿਹੜਾ ਪਰਲ ਦੇ ਵਿੱਚ ਇਨਵੈਸਟ ਕਰਨੇ ਨੇ, ਕਿ ਕੰਮ ਕੀ ਕਰਦੇ ਹੋ ਤੁਸੀਂ ਤੇ ਸੇਵਿੰਗ ਦਾ ਥੋੜਾ ਜਿਹਾ ਸਾਨੂੰ? ਸਰ ਮੈਂ ਆਂਗਣਵਾੜੀ 'ਚ ਜੌਬ ਵੀ ਕਰਦੀ ਹਾਂ, ਤੇ ਮੈਂ ਆਪਣਾ ਸਿਲਾਈ ਸੈਂਟਰ ਤੇ ਬਿਊਟੀ ਪਾਰਲਰ ਵੀ ਖੋਲ੍ਹਿਆ। ਇਸ ਤਰ੍ਹਾਂ ਕਰਕੇ ਥੋੜੇ ਥੋੜੇ ਪੈਸੇ ਮੈਂ ਆਪਣੀ ਬੇਟੀ ਦੇ ਨਾਂ ਤੇ, ਮੰਮੀ ਦੇ ਨਾਂ ਤੇ ਆਪਣੇ ਨਾਂ ਤੇ ਥੋੜੇ ਥੋੜੇ ਪੈਸੇ ਇਨਵੈਸਟ ਕੀਤੇ ਸੀ ਵੀ ਬੇਟੀ ਦੇ ਵਿਆਹ ਤੇ, ਕੱਲ੍ਹ ਨੂੰ ਕੋਰਸ ਤੇ ਵੀ ਸਾਨੂੰ ਲੋੜ ਪਊਗੀ ਤਾਂ ਜੋੜ ਦਾਂਗੇ। ਕੁਛ ਮੇਰੇ ਡੈਡੀ ਰਿਟਾਇਰਮੈਂਟ ਹੋਏ ਸੀ ਜੀ, ਕੁਛ ਉਹਨਾਂ ਤੋਂ ਪੈਸੇ ਲੈ ਕੇ ਮੈਂ ਉਹ ਇਨਵੈਸਟ ਕਰਤੇ। ਡਾਕਖਾਨੇ 'ਚ ਸੀ, ਉਧਰੋਂ 1.5 ਲੱਖ ਕਢਾ ਕੇ ਇੱਧਰ ਲਾਤਾ ਜੀ, ਮੇਰੇ ਉਹ ਵੀ ਗਿਆ ਜੀ, ਜਿਹੜਾ ਹੀ ਗਿਣਾ ਸੀ ਇਹ ਤਾਂ ਗਿਆ ਹੀ ਗਿਆ ਜੀ, ਉਹ ਵੀ ਪੈਸੇ ਸਾਡੇ ਵੇਸਟ ਹੋ ਗਏ। ਸਾਨੂੰ ਇਹ ਹੋਇਆ ਸੀ ਜੀ ਵੀ ਚਲੋ ਸਾਨੂੰ ਜਿਨ੍ਹਾਂ ਨੇ ਲਗਵਾਇਆ ਸੀ ਸਾਨੂੰ ਕਹਿੰਦੇ ਵੀ ਜਿਹੜੀ ਐਫਡੀ ਕਰੀ ਸੀ ਵੀ ਸਾਲ 'ਚ ਡਬਲ ਹੋਏਗੀ ਜੀ, ਤੇ ਵੀ 16% ਤੁਹਾਨੂੰ ਇਹਦੇ ਤੇ ਮਿਲੇਗਾ, ਤੇ ਆਪਣਾ ਜਿਹੜੇ ਖਾਤੇ ਸੀ ਉਹਦੇ 'ਚ ਵੀ ਤੁਹਾਨੂੰ 12% ਮਿਲੇਗਾ। ਅਸੀਂ ਜੀ ਇਹਦੇ ਵਿੱਚ ਕਰਕੇ ਵੀ ਉਹ ਪੈਸੇ ਉਧਰ ਇਨਵੈਸਟ ਕੀਤੇ ਸੀ ਵੀ ਅਸੀਂ ਕਿ ਚਲੋ ਸਾਡੇ ਆਉਣ ਵਾਲੇ ਭਵਿੱਖ 'ਚ ਸਾਡੇ ਬੱਚਿਆਂ ਦਾ ਭਵਿੱਖ ਹੋਊਗਾ ਜਿਹੜਾ ਵਧੀਆ ਬਣੂਗਾ ਜੀ। ਪਰ ਸਾਨੂੰ ਸਰ ਇਹ ਨਹੀਂ ਸੀ ਪਤਾ ਵੀ ਸਾਡੇ ਇਸ ਤਰ੍ਹਾਂ ਕਰਕੇ ਸਾਡੇ ਨਾਲ ਬਹੁਤ ਵੱਡਾ ਫਰਾਡ ਹੋਏਗਾ। ਸਾਰੇ ਫਰਾਡ ਦਾ ਫਾਈਨੈਂਸ਼ੀਅਲ ਜੋ ਵੀ ਹੈ ਉਹ ਸਾਰਾ ਸਹਿੰਦੀਆਂ ਨੇ ਬੀਬੀਆਂ ਨੇ। ਮਾਤਾ ਸਤਿ ਸ਼੍ਰੀ ਅਕਾਲ, ਕੀ ਨਾਮ ਤੁਹਾਡਾ? ਚਰਨਜੀਤ ਕੌਰ। ਹਾਂਜੀ, ਕਿੰਨੇ ਪੈਸੇ ਲਾਏ ਸੀਗੇ ਤੁਸੀਂ ਇਹਦੇ ਵਿੱਚ? 20,000 ਲਾਇਆ ਤੇ। ਕਦੋਂ ਲਾਇਆ ਸੀ? ਇਹ ਲਾਇਆ ਤੇ ਇਹਦੇ ਤੇ ਲਿਖਿਆ ਤਾਂ ਪਤਾ ਨਹੀਂ 16 ਦੀ ਦਿੱਤੀ ਹੋਈ ਆ, ਬਹੁਤ 6 ਸੂਟ ਚ ਲਾਇਆ ਤੇਗਾ। ਫਿਰ ਕੰਪਨੀ ਬੰਦ ਹੋ ਗਈ, ਫਿਰ ਸਾਨੂੰ ਆਹ ਦੇਤੀ ਉਹਨਾਂ ਨੇ ਵੀ ਇਹ ਲੈ ਲਓ ਤੁਸੀਂ, ਜਦ ਤੁਹਾਨੂੰ ਪੈਸੇ ਮਿਲ ਜਾਣਗੇ 20 ਤੋਂ 40 ਮਿਲ ਜਾਊਗਾ। ਚਲੋ ਅਸੀਂ ਆਖਿਆ ਬੜੇ ਬੜੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਊਗਾ, ਇਹਦੇ ਕਰਕੇ ਲਾਇਆ ਤੇ। 20,000 ਰੁਪਈਆ ਤੁਹਾਨੂੰ ਇਸ ਤਰੀਕੇ ਨਾਲ ਛੋਟੇ ਛੋਟੇ ਅਮਾਉਂਟ ਜਿਹੜੇ ਨੇ, ਕਿਉਂਕਿ ਡੇਲੀ ਇਹ ਕੰਮ ਕਰਨ ਵਾਲੇ ਜਿਹੜੇ ਇਨਸਾਨ ਨੇ ਸਾਰੇ। ਸਤਿ ਸ਼੍ਰੀ ਅਕਾਲ, ਤੁਹਾਡਾ ਕੀ ਨਾਮ ਜੀ? ਜੀ ਉਮਾ ਰਾਣੀ ਮੇਰਾ ਨਾਮ ਹੈ। ਉਮਾ ਜੀ, ਕਿੰਨਾ ਪੈਸਾ ਹੈ ਤੁਹਾਡਾ, ਕਿੰਨਾ ਇਨਵੈਸਟ ਕੀਤਾ ਸੀ ਤੁਸੀਂ? ਸਰ ਮੈਂ ਖੁਦ ਮਤਲਬ ਇਹਦੇ ਵਿੱਚ ਏਜੰਟ ਦੇ ਤੌਰ ਤੇ ਕੰਮ ਕਰਨ ਲੱਗੀ ਹੈਗੀ ਆ। 2009 ਚ ਮੈंने ਏਜੰਸੀ ਲਈ ਸੀਗੀ, ਤੇ ਉਸ ਤੋਂ ਬਾਅਦ ਮੈਂ ਮਤਲਬ ਕੁਝ ਮੈंने ਆਪਣੇ ਕਸਟਮਰਾਂ ਦਾ ਵੀ ਪੈਸਾ, ਆਪਣੇ ਰਿਲੇਟਿਵ ਦਾ ਵੀ ਹੈਗਾ, ਤੇ ਮੇਰਾ ਆਪਣਾ ਵੀ ਖੁਦ ਲੱਗਿਆ ਹੋਇਆ ਸਾਰਾ ਟੋਟਲ ਹੈਗਾ ਮੇਰਾ 25-30 ਲੱਖ ਦੇ ਗੇੜ 'ਚ ਮੈंने ਇਸ 'ਚ ਜਮ੍ਹਾਂ ਕਰਵਾਏ ਹੋਏ ਨੇ। ਹਾਂਜੀ, ਤੇ ਤੁਸੀਂ ਕਿੱਦਾਂ ਮਤਲਬ ਸੇਵਿੰਗ ਤੁਸੀਂ ਕੰਮ ਕੀ ਕਰਦੇ ਸੀਗੇ ਇਸ ਤੋਂ ਇਲਾਵਾ, ਤੇ ਬਾਕੀ ਜਿਨ੍ਹਾਂ ਦਾ ਇਨਵੈਸਟ ਕਰਾਇਆ ਤੁਸੀਂ ਉਹ ਕੀ ਕੰਮ ਕਰਦੇ ਸੀਗੇ, ਉਹਨਾਂ ਤੋਂ ਵੀ ਸੇਵਿੰਗ ਦਾ ਪੈਸਾ ਤੁਸੀਂ ਲਿੱਤਾ ਹੋਣਾ? ਹਾਂਜੀ ਸਰ, ਮੈਂ ਵੈਸੇ ਪ੍ਰੋਪਰ ਹਾਊਸ ਵਾਈਫ ਹੈਗੀ ਮੈਂ, ਤੇ ਚਲੋ ਮੇਰੇ ਇਹ ਵੀ ਜੋ ਸੀਗਾ ਕੰਮ ਵੀ ਹਸਬੰਡ ਨੇ ਹੀ ਮੈਨੂੰ ਮਤਲਬ ਉਹਨਾਂ ਨੇ ਕਿਹਾ ਸੀ ਵੀ ਚਲੋ ਇਹ ਕੰਪਨੀ ਵਧੀਆ ਹੈਗੀ, ਤੁਸੀਂ ਇਹਦੇ ਵਿੱਚ ਕੰਮ ਕਰੋ, ਤੇ ਮੈंने ਇਹ ਕੰਪਨੀ ਜੁਆਇਨ ਕਰੀ ਹੈਗੀ। ਤਾਂ ਇਹਦੇ ਵਿੱਚ ਚਲੋ ਮੈਨੂੰ ਥੋੜਾ ਜਿਹਾ ਪਹਿਲਾਂ ਮੈंने ਆਪਣਾ ਖੁਦ ਦਾ ਪੈਸਾ ਲਗਾਇਆ, ਜਦੋਂ ਥੋੜੇ ਬਹੁਤ ਮਤਲਬ ਮੇਰੇ ਆਪਣੇ ਪੈਸੇ ਵੀ ਮੈਨੂੰ ਥੋੜਾ ਜਿਹਾ ਵੀ ਆਉਣ ਲੱਗ ਗਿਆ ਹੈਗਾ ਕੁਛ ਇਹਦੇ ਵਿੱਚੋਂ, ਫਿਰ ਮੈਨੂੰ ਇਹ ਸੀਗਾ ਵੀ ਚਲੋ ਮੈਂ ਕੁਛ ਇਹਦੇ ਵਿੱਚ ਲੋਕਾਂ ਦਾ ਵੀ ਚਲੋ ਫਾਇਦਾ ਹੋਏਗਾ, ਜਿਸ ਤਰ੍ਹਾਂ ਆਰਡੀ ਹੋ ਗਈ, ਆਪਣਾ ਐਫਡੀ ਹੋ ਗਈ, ਜਾਂ ਕਿਸ ਤਰ੍ਹਾਂ ਵੀ ਹੈਗਾ ਵੀ ਜਿਸ ਤਰ੍ਹਾਂ ਆਪਣਾ ਡਾਕਖਾਨੇ ਵਿੱਚ ਆਪਾਂ ਪੇਮੈਂਟ ਜਮ੍ਹਾਂ ਕਰਵਾਉਂਦੇ ਹੈਗੇ ਆ, ਸਾਨੂੰ ਉਸੇ ਤਰ੍ਹਾਂ ਹੀ ਇਹ ਸਾਰਾ ਕੁਝ ਲੱਗਿਆ ਸੀਗਾ ਵੀ ਉਸੇ ਤਰ੍ਹਾਂ ਹੀ ਆਪਾਂ ਪੇਮੈਂਟ ਜਮ੍ਹਾਂ ਕਰਵਾਉਂਦੇ ਹੈਗੇ ਆ, ਤਾਂ ਲੋਕਾਂ ਦਾ ਚਲੋ ਫਾਇਦਾ ਹੈਗਾ ਇਸ 'ਚ, ਥੋੜਾ ਜਿਹਾ ਇੰਟਰਸਟ ਵਧੀਆ ਹੈਗਾ, ਤੇ ਇਸ ਕਰਕੇ ਵੀ ਮਤਲਬ ਇਹਦੇ ਵਿੱਚ ਲਗਾਏ ਸੀ। ਤੁਹਾਨੂੰ ਕੁਝ ਟਾਈਮ ਪੈਸਾ ਮਿਲਿਆ ਵੀ ਵਾਪਸ? ਹਾਂਜੀ, ਮੈंने 30-35 ਪਹਿਲਾਂ ਪਾਲਿਸੀਆਂ ਮੈंने ਇਹਦੇ ਵਿੱਚ ਲੋਕਾਂ ਦੀਆਂ ਮੈंने ਵਾਪਸ ਕਰਵਾਏ ਹੈਗੇ ਆ, ਤੇ ਮੇਰੇ ਆਪਣੇ ਵੀ ਆਏ ਨੇਗੇ ਖੁਦ ਪੈਸੇ, ਤੇ ਜਦੋਂ ਹੁਣ ਥੋੜੇ ਹੋਰ ਆਉਣ ਵਾਲੇ ਸੀਗੇ ਪੈਸੇ ਤਾਂ ਇਹ ਕੰਪਨੀ ਵਗੈਰਾ ਬੰਦ ਹੋ ਗਈ। ਅਸੀਂ ਇਹਦੇ ਵਿੱਚ ਵੀ ਜਿਸ ਤਰ੍ਹਾਂ ਸਿਸਟਰ ਨੇ ਦੱਸਿਆ ਹੈਗਾ, ਅਸੀਂ ਇਹਦੇ ਵਿੱਚ ਵੀ ਸ਼ੁਰੂ ਤੋਂ ਮਤਲਬ ਸੰਘਰਸ਼ ਕਰਦੇ ਆ ਰਹੇ ਹੈਗੇ ਆ, 6-7 ਸਾਲ ਹੋ ਗਏ ਇਹਦੇ ਵਿੱਚ। ਜਿਸ ਤਰ੍ਹਾਂ ਅਸੀਂ ਪਾਣੀ ਵਾਲੀਆਂ ਟੈਂਕੀਆਂ ਤੇ ਵੀ ਚੜੇ ਕਰੇ, ਸਾਡਾ ਉੱਥੇ ਰੋਪੜ ਸਾਈਡ ਵੀ ਮਤਲਬ ਕੇਸ ਚੱਲਿਆ ਹੈਗਾ, ਉਹਦੀ ਬਕਾਇਦਾ
ਕਾਫੀ 1.5 ਸਾਲ ਅਸੀਂ ਖੁਦ ਮਤਲਬ ਇਹਦੇ ਵਿੱਚ ਕੇਸ ਲੜਦੇ ਰਹੇ ਹੈਗੇ ਤੇ ਸਾਨੂੰ ਕੁਝ ਵੀ ਇੱਧਰੋਂ ਹਾਸਲ ਨਹੀਂ ਹੋਇਆ। ਹੁਣ ਵੀ ਇਹ ਹੈਗਾ ਵੀ ਜੇ ਮਤਲਬ ਭਗਵੰਤ ਮਾਨ ਜੀ ਤੇ ਜਿਸ ਤਰ੍ਹਾਂ ਵੀ ਕਹਿ ਰਹੇ ਹੈਗੇ ਆ ਵੀ ਆਪਣਾ ਇੱਧਰੋਂ ਹੀ ਉਮੀਦ ਹੈ, ਬਾਕੀ ਸਾਰੀਆਂ ਸਰਕਾਰਾਂ ਵੀ ਵਾਅਦੇ ਕਰਕੇ ਮਤਲਬ ਕੁਝ ਸਾਨੂੰ ਨਹੀਂ ਸੀਗਾ ਮਿਲਿਆ ਹੈਗਾ ਪੈਸਾ ਬਸ। ਇਹ ਲੋਕਾਂ ਦਾ ਦਰਦ ਹੈ ਜੋ ਦੱਸ ਰਹੇ ਨੇ ਕਿ ਕਿੱਦਾਂ ਛੋਟੇ ਅਮਾਉਂਟ ਜਿਹੜੇ ਨੇ ਉਹਨਾਂ ਨੇ ਇਨਵੈਸਟ ਕੀਤੇ ਸੀਗੇ। ਮਹਿੰਦਰ ਜੀ, ਕਿੰਨਾ ਪੈਸਾ ਲਾਇਆ ਸੀ ਤੁਸੀਂ ਕੰਪਨੀ ਦੇ ਵਿੱਚ? ਇਹ ਸਾਡਾ ਕੰਪਨੀ 'ਚ 20 ਤੋਂ 25 ਲੱਖ ਰੁਪਇਆ ਲੱਗਿਆ ਹੋਇਆ, ਜਿਹੜਾ ਅਸੀਂ ਲੋਕਾਂ ਦਾ ਲਵਾਇਆ ਵੀ ਆਪਣੇ ਕੁਝ ਪਰਸਨਲ ਸਾਡਾ 2-2 ਲੱਖ ਰੁਪਇਆ, ਬਾਕੀ ਕੁਝ ਕਿਸ਼ਤਾਂ ਕੁਝ ਮਤਲਬ ਕਿ ਐਫਡੀਆਂ ਜਿਹੜੀਆਂ ਲੋਕਾਂ ਦੀਆਂ ਲਗਵਾਈਆਂ ਹੋਈਆਂ ਨੇ। ਅਸੀਂ ਵੀ ਕੰਪਨੀ ਤੇ ਵਿਸ਼ਵਾਸ ਕੀਤਾ ਸੀ ਕਿਉਂਕਿ ਕੰਪਨੀ ਪਹਿਲਾਂ ਪੈਸੇ ਵਾਪਸ ਵੀ ਕਰਦੀ ਸੀ, ਸਾਡੇ ਥਰੂ ਵੀ ਪੈਸੇ ਵਾਪਸ ਹੋਏ ਨੇ। ਜਦੋਂ ਥੋੜਾ ਪਹਿਲਾਂ ਰੌਲਾ ਪੈ ਗਿਆ ਸੀਗਾ ਅਸੀਂ ਕੁਝ ਮੈਂਬਰਾਂ ਦੇ ਪੈਸੇ ਵਾਪਸ ਵੀ ਕਰਵਾਤੇ ਸੀ ਤੇ ਫਿਰ ਕੁਝ ਸਾਡੇ ਜਿਹੜੇ ਸੀਨੀਅਰ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਸੀਂ ਪੈਸੇ ਵਾਪਸ ਨਾ ਕਰਾਓ, ਵੀ ਕੰਪਨੀ ਵਿਆਜ ਸਮੇਤ ਪੈਸੇ ਵਾਪਸ ਕਰੂਗੀ। ਸਰ ਉਹਨਾਂ ਦੀ ਗੱਲ ਮੰਨ ਕੇ ਸਾਨੂੰ ਐ ਹੋਇਆ ਵੀ ਚਲ ਲੋਕਾਂ ਦੇ ਪੈਸੇ ਲਾਏ ਨੇ ਵੀ ਵਿਆਜ ਸਮੇਤ ਵਾਪਸ ਆ ਜਾਣਗੇ, ਅਸੀਂ ਕੁਝ ਪੈਸੇ ਵਾਪਸ ਨਹੀਂ ਕਰਵਾਏ ਵੀ ਚਲੋ ਫਿਰ ਮੌਕੇ ਤੇ ਮਿਲ ਜਾਣਗੇ। ਉਸ ਤੋਂ ਬਾਅਦ ਸਰ 14 ਚ ਪੈਸੇ ਮਿਲਣੇ ਹੀ ਬੰਦ ਹੋ ਗਏ, ਜਦੋਂ ਕਿ ਸਾਡੇ ਜਿਹੜੇ ਪਾਲਿਸੀਆਂ ਕਰਵਾਈਆਂ ਹੋਈਆਂ ਸੀ ਉਹ 16 ਵਿੱਚ ਪੈਸੇ ਮਿਲਣੇ ਸੀ ਉਹਨਾਂ ਦੇ, ਉਸ ਤੋਂ 2 ਸਾਲ ਪਹਿਲਾਂ ਹੀ ਬੰਦ ਹੋ ਗਿਆ ਸਰ। ਉਸ ਤੋਂ ਬਾਅਦ ਅਸੀਂ ਬਹੁਤ ਸੰਘਰਸ਼ ਕੀਤਾ, ਧਰਨੇ ਵੀ ਬੁਲਾਏ, ਰੇਲਾਂ ਰੋਕੀਆਂ, ਸਾਡੇ ਤੇ ਪਰਚੇ ਵੀ ਹੋਏ ਤੇ ਬਹੁਤ ਜਾਣੀ ਕਿ ਅਸੀਂ ਆਪਣੀ ਤਰਫੋਂ ਜੋ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਅਸੀਂ ਉਹਦੇ ਖਰੇ ਉਤਰਨ ਦੀ ਕੋਸ਼ਿਸ਼ ਕੀਤੀ ਆਪਣੀ ਤਰਫੋਂ। ਲੋਕ ਸਾਨੂੰ ਪਰੇਸ਼ਾਨ ਵੀ ਕਰਦੇ ਨੇ, ਟੋਕਦੇ ਵੀ ਨੇ ਸਰ। ਜਦੋਂ ਕਿਤੇ ਬਾਹਰ ਨਿਕਲਦੇ ਆ ਸਾਨੂੰ ਬਹੁਤ ਸ਼ਰਮ ਆਉਂਦੀ ਹੈ ਕਿਉਂਕਿ ਅਸੀਂ ਬਤੌਰ ਏਜੰਟ ਕੰਮ ਕੀਤਾ ਸੀ ਕੰਪਨੀ 'ਚ ਵੀ ਇਹ ਸੋਚ ਕੇ, ਕਿਉਂਕਿ ਇਹਨਾਂ ਨੇ ਕਿਹਾ ਸੀ ਵੀ 1 ਨੰਬਰ ਦੀ ਕੰਪਨੀ ਆ, ਵੀ ਸਰਕਾਰ ਟੈਕਸ ਵੀ ਕੱਟ ਰਹੀ ਹੈ, ਸੋ ਉਸ ਵਿਸ਼ਵਾਸ ਕਰਕੇ ਅਸੀਂ ਕੰਮ ਕੀਤਾ ਸੀ। ਤਾਂ ਉਸ ਤੋਂ ਬਾਅਦ ਵੀ ਕੰਪਨੀ ਬੰਦ ਹੋ ਗਈ ਤਾਂ ਪੈਸੇ ਸਾਰਿਆਂ ਦੇ ਡੁੱਬ ਗਏ। ਹੁਣ ਤੱਕ ਸਾਨੂੰ 5-6 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ, ਬਹੁਤ ਅਸੀਂ ਸੰਘਰਸ਼ ਕੀਤਾ, ਹੁਣ ਤੱਕ ਸਾਡੇ ਪੱਲੇ ਮਿਹਨਤ ਤਾਂ ਕੁਝ ਨਹੀਂ ਪਈ ਹੈਗੀ ਸਰ। ਇਦਾਂ ਦੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਕਿ ਬਹੁਤ ਸਾਰੇ ਲੋਕੀ ਨੇ ਜਿਨ੍ਹਾਂ ਨੇ ਆਪਣਾ ਜ਼ਮੀਨ ਦਾ ਟੁਕੜਾ ਵੇਚਿਆ ਜਾਂ ਗਹਿਣੇ ਵੇਚਤੇ, ਇਦਾਂ ਦੀ ਵੀ ਇਨਵੈਸਟਮੈਂਟਾਂ ਹੋਈਆਂ ਨੇ। ਹਾਂ ਸਰ, ਗਹਿਣੇ ਵੇਚ ਕੇ ਕਈ ਵਾਰ ਸਾਡੇ ਵੀ ਸਾਡੇ ਅਸੀਂ ਸਰ ਬਾਗੜੀਆਂ ਪਿੰਡ ਤੋਂ ਆ, ਸਾਡਾ ਇਹ ਪਿੰਡ ਨਹੀਂ ਹੈਗਾ, ਬਾਗੜੀਆਂ ਪਿੰਡ ਤੋਂ। ਸਾਡੇ ਵੀ ਆਲੇ ਦੁਆਲੋਂ ਵੀ ਪਿੰਡਾਂ ਤੋਂ ਪੈਸੇ ਲੱਗੇ ਨੇ, ਬਾਗੜੀਆਂ ਦੇ ਜ਼ਿਆਦਾਤਰ ਬਾਗੜੀਆਂ ਦੇ ਪੈਸੇ ਨੇ ਸਰ। ਕਾਫੀ ਲੋਕਾਂ ਨੇ ਸੋਚ ਕੇ ਜੀ ਕਈ ਰਿਟਾਇਰਮੈਂਟ ਹੋਏ ਸੀ, ਆਪਣਾ ਪੈਸਾ ਸਾਰਾ ਇੱਧਰ ਇਨਵੈਸਟ ਕਰਤਾ ਸੀ ਵੀ ਚਲੋ ਵਧੀਆ ਵਿਆਜ ਆ, ਵੀ ਕੰਪਨੀ ਕਿਹੜਾ ਕਿਤੇ ਜਾ ਰਹੀ ਹੈ, ਵੀ ਵਧੀਆ ਕੰਪਨੀ ਹੈਗੀ, ਵੀ ਚਲੋ ਇੰਨੇ ਸਾਲਾਂ ਦੀ ਪੁਰਾਣੀ ਚੱਲਦੀ ਆ ਰਹੀ ਹੈ, ਵੀ ਲੋਕਾਂ ਨੇ ਵਿਸ਼ਵਾਸ 'ਚ ਆ ਕੇ ਪੈਸੇ ਜਮ੍ਹਾਂ ਕਰਾਏ ਸੀ ਸਰ। ਜਦੋਂ ਹੁਣ ਪੈਸੇ ਲੋਕਾਂ ਦੇ ਵਾਪਸ ਨਹੀਂ ਮਿਲੇ, ਸਾਡਾ ਵੀ ਮੂੰਹ ਨੀਵਾਂ ਹੁੰਦਾ ਕਿਉਂਕਿ ਅਸੀਂ ਵੀ ਵਿਸ਼ਵਾਸ ਨਾਲ ਉਹਨਾਂ ਨੂੰ ਕਿਹਾ ਸੀ ਵੀ ਕੰਪਨੀ ਕਿਤੇ ਜਾਂਦੀ ਨਹੀਂ, ਵੀ ਅਸੀਂ ਤੁਹਾਡੇ ਅਸੀਂ ਪੈਸੇ ਦਿਵਾਵਾਂਗੇ ਸਰ। ਅਸੀਂ ਵੀ ਹੁਣ ਸੰਘਰਸ਼ ਕਰਦੇ ਆ ਰਹੇ ਹਾਂ। ਸਾਡੀ ਇਹੀ ਬੇਨਤੀ ਹੈ ਸਰ ਭਗਵੰਤ ਮਾਨ ਦੇ ਉਹਨਾਂ ਵਿੱਚ ਵੀ ਸਾਨੂੰ ਜਿਹੜੇ ਪੈਸੇ ਨੇ ਗਰੀਬ ਲੋਕਾਂ ਦੇ ਵੀ ਸਾਰਿਆਂ ਦੇ ਪੈਸੇ ਵਾਪਸ ਜਲਦੀ ਤੋਂ ਜਲਦੀ ਮਿਲ ਸਕਣ। ਇਹ ਕਿਹੜਾ ਪਿੰਡ ਹੈ ਤੁਹਾਡਾ? ਦਲੱਦੀ ਪਿੰਡ ਹੈ ਜੀ। ਦਲੱਦੀ ਪਿੰਡ। ਹਾਂਜੀ ਹਾਂਜੀ। ਤੇ ਦਿਖਾਓ ਸਾਨੂੰ ਤੁਹਾਡੀ ਇਨਵੈਸਟਮੈਂਟ ਦੀ ਜਿਹੜੀ ਹੈ। ਹਾਂਜੀ ਪੌਲ ਜੀ। ਕਿੰਨਾ ਪੈਸਾ ਲਾਇਆ? ਇਹ 70-80 ਹਜ਼ਾਰ ਰੁਪਏ ਜੀ। ਹਾਂਜੀ ਲਾਇਆ ਸੀ ਜੀ। ਤੁਸੀਂ ਆਪ ਲਾਇਆ ਸੀ ਹੋਰਾਂ ਤੋਂ ਵੀ ਲਵਾਇਆ? ਇਹ ਹੋਰਾਂ ਤੋਂ ਨਹੀਂ ਲਾਇਆ ਜੀ, ਆਪਣੇ ਆਪੇ ਕਿਸੇ ਨੇ ਹੀ ਲਵਾਇਆ ਸੀ ਸਾਡੇ। ਇਹ 3 ਪਾਲਿਸੀਆਂ ਜੀ, ਤਿੰਨਾਂ ਤੇ 70-80 ਹਜ਼ਾਰ ਰੁਪਏ 30-30 ਹਜ਼ਾਰ ਰੁਪਏ ਦੀਆਂ ਉਹ ਪਾਲਿਸੀ। ਇਨਵੈਸਟਮੈਂਟ ਹੈ ਤੁਹਾਡੀ ਇਹ? ਕਿੰਨਾ ਪੈਸਾ ਲਾਇਆ ਸੀ? 20,000 ਮੰਗੂ ਲਾਤਾ ਜੀ। ਅੱਛਾ। ਹਾਂਜੀ। ਕਦੋਂ ਲਾਇਆ ਸੀ? 2017-18 ਸੀ। 2017-18 ਖਤਮ ਕਰਤੇ ਸੀਗੇ ਕਿਸ਼ਤਾਂ ਉਦੋਂ ਨੂੰ। ਅੱਛਾ। ਪਹਿਲਾਂ ਇਕੱਠੀਆਂ ਵੀ ਭਰਾ ਚੁੱਕੇ ਕਿਸ਼ਤਾਂ ਸਾਤੋਂ, 5 ਕਿਸ਼ਤਾਂ ਇਕੱਠੀਆਂ ਭਰਾ ਚੁੱਕੇ। ਸ਼ੁਰੂ ਕਦੋਂ ਕੀਤਾ ਸੀ? ਇਹ ਸ਼ੁਰੂ 16 ਚ ਹੈ ਜੀ, 6 ਚ। ਅੱਛਾ। ਹਾਂਜੀ। ਇਹ ਅਸੀਂ ਇਹਨਾਂ ਦੀ ਸਲਿੱਪ ਜਿਹੜੀ ਹੈ ਉਹ ਦਿਖਾ ਰਹੇ ਨੇ, ਜਿਹੜੀ ਰਜਿਸਟ੍ਰੇਸ਼ਨ ਨੰਬਰ ਹੈ ਤੇ ਡੇਟ ਆਫ ਕਮੈਂਸਮੈਂਟ ਇਹ 2009, ਮਤਲਬ 2009 ਤੋਂ ਇਹਨਾਂ ਦੀ ਜਿਹੜੀ ਇਹ ਪਾਲਿਸੀ ਹੈ ਇਹ ਸ਼ੁਰੂ ਹੁੰਦੀ ਹੈ ਤੇ ਪੇਮੈਂਟ ਪਲਾਨ ਵੀ ਸਾਰਾ ਕੁਝ ਦਿੱਤਾ ਹੈ, ਪੀਰੀਓਡਿਸਿਟੀ ਆਫ ਇੰਸਟਾਲਮੈਂਟ ਕਿ ਮੰਥਲੀ ਬੇਸਿਸ ਤੇ ਜਿਹੜੀ ਹੈ ਇਹਨਾਂ ਨੇ ਜਿਹੜੀ ਪੇਮੈਂਟ ਜਿਹੜੀ ਹੈ ਉਹ ਕਰਨੀ ਹੈ। ਤੇ ਅਮਾਉਂਟ ਰਿਸੀਵਡ 240 ਰੁਪਈਆ ਜਿਹੜਾ ਹੈ ਫਿਲਹਾਲ ਜਿਹੜਾ 240 ਐਂਡ 60 ਪੈਸਾ। ਤੇ ਇਸ ਤਰੀਕੇ ਦੀਆਂ ਰਸੀਦਾਂ ਇਹਨਾਂ ਸਾਰਿਆਂ ਨੂੰ ਤਮਾਮ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ। ਕਿਰਨਪਾਲ ਕੌਰ ਦੀ ਇਹ ਰਸੀਦ ਹੈ ਜਿਹੜੀ ਤਮਾਮ ਇਨਵੈਸਟਮੈਂਟ ਦੀ ਜਿਹੜੀ ਹੈ PACL ਲਿਮਟਿਡ ਪੰਜਾਬ। ਤੁਹਾਡਾ ਕਿਹੜਾ ਪਿੰਡ ਹੈ? ਮੈਂ ਸ਼ਹਿਰ ਸਮਾਣਾ ਦੀ ਰਹਿਣ ਵਾਲੀ ਹਾਂ ਜੀ। ਮੇਰੇ ਇੱਥੇ ਕਸਟਮਰ ਲੱਗੇ ਹੋਏ ਨੇ ਜੀ। ਤਕਰੀਬਨ 2008 ਤੋਂ ਮੈਂ ਇਸ ਕੰਪਨੀ ਦੇ ਵਿੱਚ ਜੁਆਇਨਿੰਗ ਲਈ। ਤੁਸੀਂ ਬਤੌਰ ਏਜੰਟ ਕੰਮ ਕਰਦੇ ਸੀ? ਹਾਂਜੀ। ਔਰ ਕੰਪਨੀ ਵੱਲੋਂ ਝਾਂਸਾ ਦਿੱਤਾ ਗਿਆ ਕਿ ਤੁਸੀਂ 12 ਸਾਲ ਕੰਮ ਕਰੋਗੇ ਤਾਂ ਤੁਹਾਡੀ ਆਉਣ ਵਾਲੀ ਲਾਈਫ ਵਧੀਆ ਸੁਧਰ ਜਾਊਗੀ। ਇਹ ਨਹੀਂ ਪਤਾ ਸੀ ਕਿ ਜੋ ਅਸੀਂ ਕੰਮ ਕਰ ਰਹੇ ਹਾਂ, ਮਿਹਨਤ ਕਰਕੇ ਪੈਸਾ ਜਮ੍ਹਾਂ ਕਰਵਾ ਰਹੇ ਹਾਂ ਜਾਂ ਕਸਟਮਰ ਦਾ ਪੈਸਾ ਜਮ੍ਹਾਂ ਕਰਵਾ ਰਹੇ ਹਾਂ, ਉਹ ਵੀ ਡੁੱਬ ਜੂਗਾ ਤੇ ਸਾਨੂੰ ਦੁਬਾਰਾ ਤੋਂ ਫਿਰ ਦਿਹਾੜੀਆਂ ਕਰਨੀਆਂ ਪੈ ਜਾਣਗੀਆਂ। ਤੁਹਾਡਾ ਆਪਣਾ ਪਰਸਨਲ ਪੈਸਾ ਤੇ ਤੁਹਾਡੇ ਥਰੂ ਕਿੰਨਾ ਪੈਸਾ ਲੱਗਿਆ? ਤਕਰੀਬਨ ਮੇਰਾ 3.5 ਲੱਖ ਰੁਪਇਆ ਆਪਣਾ ਹੈ ਜੀ ਤੇ 17 ਲੱਖ ਦੇ ਕਰੀਬ ਮੈਂ ਕਸਟਮਰ ਦਾ ਪੈਸਾ ਲਗਵਾਇਆ ਹੋਇਆ ਜੀ।
2011 ਦੇ ਵਿੱਚ ਇਸ ਕੰਪਨੀ ਦਾ ਰੌਲਾ ਪਿਆ ਕਿ ਇਹ ਕੰਪਨੀ ਫਰਾਡ ਹੈ। ਸਟਾਰ ਨਿਊਜ਼ ਨੇ ਖਬਰ ਲਗਾਈ, ਕਿਉਂਕਿ ਸਟਾਰ ਨਿਊਜ਼ ਸੱਚੀਆਂ ਖਬਰਾਂ ਲਗਾਉਂਦਾ ਸੀਗਾ। ਇਹਨਾਂ ਨੇ ਉਹ ਸਟਾਰ ਨਿਊਜ਼ ਬੰਦ ਕਰਵਾ ਦਿੱਤਾ ਜੀ, ਵੀ ਸਾਡੀ ਸੱਚਾਈ ਸਾਹਮਣੇ ਨਾ ਆ ਜਾਵੇ। ਉਸ ਰੌਲੇ ਕਰਕੇ 2-3 ਕਸਟਮਰ ਮੇਰੇ ਥੋੜੇ ਜਿਹੇ ਤੰਗ ਕਰਦੇ ਸੀ, ਉਹਨਾਂ ਕਸਟਮਰਾਂ ਦੇ ਪੈਸੇ ਕਢਵਾ ਦਿੱਤੇ। ਬਾਕੀ ਇਹਨਾਂ ਨੇ ਸੈਟੀਸਫਾਈ ਕਰਤੀ, ਮੀਟਿੰਗਾਂ ਰੱਖੀਆਂ ਵੀ ਕੋਈ ਵੀ ਏਜੰਟ ਜਾਂ ਕੋਈ ਕਸਟਮਰ ਪਿੱਛੇ ਨਾ ਹਟੇ, ਵੀ ਇਸ ਕੰਪਨੀ ਦੇ ਵਿੱਚ ਜਿੰਨਾ ਪੈਸਾ ਲਗਵਾਓਗੇ ਤੁਹਾਨੂੰ ਉਹਨਾਂ ਪ੍ਰੋਫਿਟ ਹੋਏਗਾ ਤੇ ਕਸਟਮਰ ਦੇ ਪੈਸੇ ਤੁਹਾਡੇ ਡਬਲ ਕਰਕੇ ਦੇਾਂਗੇ 6.5 ਸਾਲ 'ਚ। ਚਲੋ ਲੋਕਾਂ ਨੂੰ ਅਸੀਂ ਇਹਨਾਂ ਬਾਰੇ ਜਾਗਰੂਕ ਕੀਤਾ ਤੇ ਲੋਕਾਂ ਨੇ ਲਾਲਚ ਵਿੱਚ ਆ ਕੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ, ਬੁਢਾਪੇ ਦੇ ਸਹਾਰੇ ਵਾਸਤੇ ਲੇਡੀਜ਼ ਜਾਂ ਜੈਂਟਸ ਨੇ ਆਪਣੇ ਆਉਣ ਵਾਲੇ ਟਾਈਮ ਦੇ ਆਪਣੇ ਬੱਚਿਆਂ ਦੀ ਬਾਹਰ ਭੇਜਣ ਜਾਂ ਪੜ੍ਹਾਈ ਕਰਾਉਣ ਵਾਸਤੇ, ਸਟੱਡੀ ਕਰਵਾਉਣ ਵਾਸਤੇ ਪੈਸਾ ਜਮ੍ਹਾਂ ਕਰਵਾਉਣਾ ਸ਼ੁਰੂ ਕਰਵਾ ਦਿੱਤਾ। 2014 ਦੇ ਵਿੱਚ ਤਕਰੀਬਨ ਮੇਰਾ 20 ਲੱਖ ਰੁਪਇਆ ਹੋ ਚੁੱਕਿਆ ਸੀ। ਜਦੋਂ ਇਹ ਕੰਪਨੀ ਨੇ ਫਰਾਡ ਕੀਤਾ ਤਾਂ ਅਸੀਂ ਆਪਣੇ ਸੀਨੀਅਰ ਜੋ ਵੀ ਉੱਪਰ ਸੀਗੇ ਸਭ ਨੂੰ ਪੁੱਛਿਆ ਤਾਂ ਉਹ ਕਹਿੰਦੇ ਵੀ ਐਵੇਂ ਦਾ ਕੁਝ ਨਹੀਂ। ਔਰ ਦਫ਼ਤਰਾਂ ਦੇ ਵਿੱਚ ਵੀ ਇਹ ਭੇਡ ਚਾਲ ਕੀਤੀ ਗਈ ਵੀ ਜਿਹੜਾ ਕਸਟਮਰ ਤੁਹਾਨੂੰ ਤੰਗ ਕਰਦਾ ਹੈ, ਦੂਸਰੇ ਕਸਟਮਰ ਦੀ ਪਾਲਿਸੀ ਲਵਾ ਕੇ ਉਹ ਪੈਸੇ ਉਹਨੂੰ ਵਾਪਸ ਕਰ ਦਿਓ, ਤੁਹਾਨੂੰ ਅਸੀਂ ਓਰੀਜਨਲ ਪਾਲਿਸੀ ਕੱਢ ਕੇ ਦੇਵਾਂਗੇ। ਇਹ ਕੰਪਨੀ ਨੇ ਸਾਡੇ ਨਾਲ ਬਹੁਤ ਵੱਡਾ ਫਰਾਡ ਕੀਤਾ ਜੀ। ਉਸ ਤੋਂ 2014 ਤੋਂ ਬਾਅਦ ਦੇ ਵਿੱਚ ਅਸੀਂ ਬਤੌਰ ਯੂਨੀਅਨ ਆਪਣਾ ਮਹਿੰਦਰਪਾਲ ਸਿੰਘ ਜੀ ਦਾਨਗੜ੍ਹ, ਜਿਨ੍ਹਾਂ ਨੇ ਸਾਨੂੰ ਇਸ ਕੰਪਨੀ ਬਾਰੇ ਜਾਗਰੂਕ ਕੀਤਾ ਔਰ ਉਹਨਾਂ ਨੇ ਸਾਨੂੰ ਇਨਸਾਫ ਦੀ ਆਵਾਜ਼ ਦੇ ਝੰਡੇ ਹੇਠ ਲਿਆ ਕੇ ਇਹ ਸਾਰਾ ਕੁਝ ਦਿਖਾਇਆ ਵੀ ਇਹ ਕੰਪਨੀਆਂ ਨੇ ਸਾਡੇ ਨਾਲ ਐਵੇਂ ਫਰਾਡ ਕੀਤਾ ਤੇ ਸਾਡੇ ਧੀਆਂ ਭੈਣਾਂ ਤੇ ਸਾਡੀ ਵੀ ਇੱਜ਼ਤ ਖਤਰੇ ਵਿੱਚ ਹੈ। ਜਿਹੜੇ ਕਸਟਮਰ ਦੇ ਪੈਸੇ ਲਗਵਾਏ ਨੇ ਉਹ ਸਾਡੇ ਦਰਵਾਜ਼ਿਆਂ ਦੇ ਖੜੇ ਨੇ, ਆ ਕੇ ਸਾਡੇ ਘਰ ਵਿਕਣ ਨੂੰ ਤਿਆਰ ਨੇ, ਘਰੋਂ ਬੇਕਾਰ ਹੋ ਕੇ ਬੈਠੇ ਹੋਏ ਇੱਕ ਹਿਸਾਬ ਦੇ ਅਸੀਂ। ਔਰ ਅੱਜ ਦੁੱਖ ਲੱਗਦਾ ਕਿ ਆਪਾਂ ਜਿਨ੍ਹਾਂ ਦੇ ਫੇਸ ਟੂ ਫੇਸ ਜਾ ਕੇ ਪੈਸਾ ਲਿਆਉਂਦੇ ਸੀਗੇ, ਅੱਜ ਉਹਨਾਂ ਦੇ ਸਾਹਮਣੇ ਸਾਨੂੰ ਅੱਖਾਂ ਨੀਵੀਆਂ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ, ਕਿਸੇ ਮੰਦਿਰ 'ਚ ਜਾਂਦੇ, ਕਿਤੇ ਮਰਕਤ ਵਿੱਚ ਜਾਂਦੇ ਆ, ਤਾਂ ਪਹਿਲਾਂ ਇਹ ਸਵਾਲ ਖੜਾ ਹੁੰਦਾ ਵੀ ਪਰਲ ਕੰਪਨੀ ਭੱਜ ਗਈ, ਉਹਦਾ ਕੀ ਬਣਿਆ, ਤੁਸੀਂ ਪੈਸੇ ਕਦੋਂ ਵਾਪਸ ਕਰ ਰਹੇ ਹੋ। ਸਾਡੇ ਇੱਕ ਕੁਐਸਚਨ ਮਾਰਕ ਲੱਗਿਆ ਹੋਇਆ ਚਿਹਰੇ ਤੇ, ਇੱਕ ਕਲੰਕ ਲੱਗ ਗਿਆ ਵੀ ਅਸੀਂ ਲੋਕਾਂ ਦੇ ਪੈਸੇ ਬਰਬਾਦ ਕਰਵਾ ਦਿੱਤੇ। ਮੋਹਨ ਜੀ ਤੋਂ ਮੈਂ ਇੱਕ ਵਾਰ ਜ਼ਰੂਰ ਸਮਝਣਾ ਚਾਹਾਂਗਾ ਕਿ ਮੋਹਨ ਜੀ ਹੁਣ ਜਦੋਂ ਇਹ ਸਾਰਾ ਪ੍ਰੋਸੈਸ ਚੱਲੀ ਹੈ ਤੁਹਾਨੂੰ ਪੈਸਾ ਵਾਪਸ ਕਰਨ ਦੀ, ਹੈ ਨਾ, ਤੇ ਤੁਸੀਂ ਜਿਹੜੀ ਕਮੇਟੀ ਬਣੀ ਹੈ ਉਹਦੇ ਕੋਲ ਜਾਂਦੇ ਹੋ ਇਨਵੈਸਟਰਸ, ਤੁਸੀਂ ਜਿਹੜੀ ਲੋਧਾ ਕਮੇਟੀ ਬਣੀ ਹੈ ਉਹਦੇ ਕੋਲੇ ਸਾਡੇ ਮਹਿੰਦਰਪਾਲ ਸਿੰਘ ਜੀ ਜਿਹੜੇ ਕੋਰ ਕਮੇਟੀ ਹੈ ਉਹ ਜਾਂਦੇ ਨੇ, ਬੈਠ ਕੇ ਮੀਟਿੰਗ ਵੀ ਕਰਦੇ ਨੇ। ਉਹਨਾਂ ਨੂੰ ਹਜੇ ਕੋਈ ਬਣ ਪੱਤਰ ਨਹੀਂ। ਜਿਹੜਾ 2016 ਦੇ ਵਿੱਚ ਹਾਈ ਕੋਰਟ ਨੇ ਐਲਾਨ ਕੀਤਾ ਤੇ ਵੀ ਇਹਦੀਆਂ ਪ੍ਰਾਪਰਟੀਆਂ ਵੇਚ ਕੇ ਪੈਸਾ ਵਾਪਸ ਕਰੋ, ਉਹਦੇ ਤੇ ਸਰਕਾਰ ਨੇ ਕੋਈ ਗੌਰ ਨਹੀਂ ਕਰੀ। ਤੇ ਇਹ ਉਹ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ 10,000 ਕਰੋੜ ਦੇ ਕਰੀਬ ਰੁਪਈਆ ਜਿਹੜਾ ਹੈ ਪਰਲਸ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਲਗਾਇਆ ਸੀਗਾ। ਤੇ ਚਿੱਟ ਫੰਡ ਫਰਾਡ ਜਿਹੜੇ ਨੇ ਉਹ ਹਿੰਦੁਸਤਾਨ ਦੇ ਵਿੱਚ ਹੁੰਦੇ ਨੇ, ਬਹੁਤ ਸਾਰੇ ਰਿਪੋਰਟ ਹੁੰਦੇ ਨੇ ਤੇ ਅਲਟੀਮੇਟਲੀ ਜੋ ਸਫਰਰ ਹੁੰਦੇ ਨੇ ਉਹ ਹੁੰਦਾ ਆਮ ਆਦਮੀ, ਜਿਹੜਾ ਆਪਣੀ ਛੋਟੀ ਛੋਟੀ ਸੇਵਿੰਗ ਕਰਕੇ ਜਿਹੜਾ ਪੈਸਾ ਇਹਨਾਂ ਸਕੀਮਾਂ ਦੇ ਵਿੱਚ ਲਾਉਂਦਾ ਹੈ, ਥੋੜਾ ਬੈਨੀਫਿਟ ਦੇ ਆਸ ਦੇ ਵਿੱਚ। ਪਰ ਇਹਨਾਂ ਲੋਕਾਂ ਨੂੰ ਹੁਣ ਆਸ ਜਿਹੜੀ ਹੈ ਉਹ ਪੰਜਾਬ ਸਰਕਾਰ ਤੋਂ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਇਹਨਾਂ ਦਾ ਜਿਹੜਾ ਪੈਸਾ ਡੁੱਬਿਆ ਹੈ ਉਸ ਨੂੰ ਵਾਪਸ ਜ਼ਰੂਰ ਦਿਲਾਏਗੀ। ਦੇਖਣਾ ਹੈ ਕਿ ਪੰਜਾਬ ਸਰਕਾਰ ਇਸ ਸਾਰੇ ਮਸਲੇ ਦੇ ਵਿੱਚ ਕੀ ਸਟੈਪਸ ਆਉਣ ਵਾਲੇ ਟਾਈਮ ਦੇ ਵਿੱਚ ਲੈਂਦੀ ਹੈ। ਪਰ ਫਿਲਹਾਲ ਚੀਫ ਮਿਨਿਸਟਰ ਨੇ ਜ਼ਰੂਰ ਇਸ ਗੱਲ ਦਾ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਪਰਲਸ ਦੇ ਜਿਹੜੇ ਇਨਵੈਸਟਰਸ ਨੇ ਉਹਨਾਂ ਦਾ ਪੈਸਾ ਵਾਪਸ ਜ਼ਰੂਰ ਕਰਵਾਵਾਂਗੇ।